ਨੈਕਸਟ ਹੈਗਾ ਬੱਚੋ ਨਿਊਟਨਸ ਫਸਟ ਲਾਅ ਆਫ ਮੋਸ਼ਨ। ਆਪਾਂ ਫੋਰਸਿਸ ਬਾਰੇ ਪੜ੍ਹਿਆ ਸੀ, ਹੁਣ ਪੜਾਂਗੇ ਆਪਾਂ ਨਿਊਟਨ ਦਾ ਫਸਟ ਲਾਅ ਮੋਸ਼ਨ ਕੀ ਹੁੰਦਾ, ਸੈਕੰਡ ਕੀ ਹੁੰਦਾ, ਥਰਡ ਕੀ ਹੁੰਦਾ। ਤਾਂ ਪਹਿਲਾਂ ਨਿਊਟਨ ਦਾ ਫਸਟ ਲਾਅ, ਤਾਂ ਕੋਈ ਵੀ ਆਬਜੈਕਟ ਜਿਹੜਾ ਰੈਸਟ 'ਚ ਆ ਉਹ ਰੈਸਟ 'ਤੇ ਰਹਿਣ ਦੀ ਕੋਸ਼ਿਸ਼ ਕਰੂਗਾ। ਜਿਹੜਾ ਯੂਨੀਫਾਰਮ ਮੋਸ਼ਨ ਦੇ ਵਿੱਚ ਆ, ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰ ਰਿਹਾ, ਤਾਂ ਉਹ ਮੋਸ਼ਨ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੂਗਾ, ਅਨਲੈਸ ਜਦੋਂ ਤੱਕ ਐਕਟਡ ਅਪੋਨ ਇਹ ਅਨਬੈਲੈਂਸ ਐਕਸਟਰਨਲ ਫੋਰਸ, ਜਦੋਂ ਤੱਕ ਉਹਦੇ ਤੇ ਕੋਈ ਅਨਬੈਲੈਂਸਡ ਐਕਸਟਰਨਲ ਫੋਰਸ ਨਹੀਂ ਲੱਗਦੀ। ਹੁਣ ਪਹਿਲੀ ਗੱਲ ਤਾਂ ਬੱਚੋ ਐਕਸਟਰਨਲ ਫੋਰਸ ਕੀ ਆ, ਠੀਕ ਆ। ਐਕਸਟਰਨਲ ਫੋਰਸ ਹੁੰਦੀ ਆ ਵੀ ਜਿਹੜੀ ਫੋਰਸ ਆਪਾਂ ਬਾਹਰਲੇ ਪਾਸੇ ਲਾ ਰਹੇ ਆ, ਜਿਵੇਂ ਕਿ ਬਾਹਰਲੇ ਪਾਸੇ ਕਹਿਣ ਦਾ ਭਾਵ ਆ ਕੰਧ ਆ ਤੇ ਆਹ ਰੱਸੀ ਆ, ਤਾਂ ਆਹ ਰੱਸੀ ਨੂੰ ਮੈਂ ਫੜਿਆ ਹੋਇਆ, ਠੀਕ ਆ, ਰੱਸੀ ਮੇਰੇ ਹੱਥ 'ਚ ਆ, ਤਾਂ ਰੱਸੀ ਤੇ ਮੈਂ ਫੋਰਸ ਲਾ ਰਿਹਾ ਬਾਹਰਲੇ, ਕਿੱਧਰ ਨੂੰ ਫੋਰਸ ਲਾ ਰਿਹਾ, ਖਿੱਚ ਰਿਹਾ ਰੱਸੀ ਨੂੰ ਆਪਦੇ ਵੱਲ ਨੂੰ, ਠੀਕ ਆ। ਤਾਂ ਖਿੱਚ ਰਿਹਾ ਤਾਂ ਇਹ ਬਾਹਰਲੇ ਪਾਸੇ ਤਾਂ ਫੋਰਸ ਲਾ ਰਿਹਾ, ਮੈਂ ਆਪ ਫੋਰਸ ਲਾ ਰਿਹਾ, ਤੇ ਇਹਨੂੰ ਬੋਲਾਂਗੇ ਐਕਸਟਰਨਲ ਫੋਰਸ, ਠੀਕ ਆ। ਅਨਬੈਲੈਂਸਡ ਕਿਹੜੀ ਹੁੰਦੀ ਆ? ਅਨਬੈਲੈਂਸਡ ਦਾ ਫੋਰਸ ਦਾ ਦੇਖੋ ਮਤਲਬ ਜਿਵੇਂ ਇੱਕ ਬੰਦੇ ਨੇ ਰੱਸੀ ਨੂੰ ਇੱਧਰਲੇ ਫੜ ਲਿਆ ਤੇ ਆਹ ਕੰਧ ਦੀ ਹੈਗਾ, ਇੱਕ ਹੋਰ ਬੰਦਾ ਆ ਗਿਆ, ਠੀਕ ਆ। ਇਹ ਬੰਦਾ ਇੱਧਰ ਨੂੰ ਫੋਰਸ ਲਾ ਰਿਹਾ, ਇਹ ਇੱਧਰ ਨੂੰ ਫੋਰਸ ਲਾ ਰਿਹਾ। ਹੁਣ ਤਾਂ ਇੱਕੋ ਜਿਹੀ ਫੋਰਸ ਲਾ ਰਹੇ ਆ ਵੀ 5 ਨਿਊਟਨ ਫੋਰਸ ਲਾ ਰਿਹਾ, ਫੋਰਸ ਦੇ ਯੂਨਿਟ ਨਿਊਟਨ ਹੁੰਦੇ ਆ, ਠੀਕ ਆ, ਕੈਪੀਟਲ ਹੈ, ਤੁਸੀਂ 9th ਦੇ ਵਿੱਚ ਪੜ੍ਹਿਆ ਹੋ। ਫੋਰਸ ਨਿਊਟਨ, 5 ਨਿਊਟਨ, 10 ਨਿਊਟਨ, ਜਿੰਨੇ ਵੀ ਹੋਏ। ਤਾਂ ਆਹ ਬੰਦਾ ਇੱਧਰ ਨੂੰ ਫੋਰਸ ਲਾ ਰਿਹਾ 5 ਨਿਊਟਨ, ਆ ਇੱਧਰ ਨੂੰ ਲਾ ਰਿਹਾ, ਇੱਕੋ ਜਿਹੀ ਫੋਰਸ ਲੱਗ ਰਹੀ ਆ, ਤਾਂ ਰੱਸੀ ਕਿੱਧਰ ਨੂੰ ਮੂਵ ਕਰੂਗੀ? ਕਿਸੇ ਪਾਸੇ ਨੂੰ ਨਹੀਂ ਮੂਵ ਕਰੂਗੀ। ਕਿਉਂ? ਕਿਉਂਕਿ ਇਹ ਦੋਨੇ ਫੋਰਸ ਜਿਹੜੀਆਂ ਲਾ ਰਹੇ ਆ ਇਹ ਇੱਕ ਦੂਜੇ ਨੂੰ ਬੈਲੈਂਸ ਕਰ ਰਹੇ ਆ, ਦੋਨੇ ਫੋਰਸਾਂ ਇੱਕ ਦੂਜੇ ਨੂੰ ਬੈਲੈਂਸ ਕਰ ਰਹੀਆਂ, ਤੇ ਇਹ ਇੱਕੋ ਜਗ੍ਹਾ ਤੇ ਖੜੇ ਰਹਿਣਗੇ, ਰੱਸੀ ਇੱਕੋ ਜਗ੍ਹਾ ਤੇ ਖੜੀ ਰਹੂਗੀ, ਤਾਂ ਇਹ ਹੋ ਜਾਂਦੀ ਆ ਬੈਲੈਂਸਡ ਫੋਰਸ, ਠੀਕ ਆ। ਅਨਬੈਲੈਂਸ ਫੋਰਸ ਦਾ ਮਤਲਬ ਆ ਵੀ ਆਹ ਫੋਰਸ ਸਪੋਜ਼ ਕਰੋ ਇਹਨੇ 10 ਕਰਤੀ, ਆਹ ਬੰਦਾ ਜ਼ਿਆਦਾ ਜ਼ੋਰ ਲਾਉਣ ਲੱਗ ਗਿਆ ਇੱਧਰ ਨੂੰ, ਤਾਂ 10 ਨਿਊਟਨ ਫੋਰਸ ਲਾਉਣ ਲੱਗ ਗਿਆ, ਤਾਂ ਇਹ ਕਿੱਧਰ ਨੂੰ ਮੂਵ ਕਰੂਗਾ, ਇਹ ਇੱਧਰ ਨੂੰ ਮੂਵ ਕਰ ਜੂਗਾ, ਰੱਸੀ ਕਿੱਧਰ ਨੂੰ ਮੂਵ ਕਰ ਜੂਗੀ, ਆਪ ਇੱਧਰ ਨੂੰ ਮੂਵ ਕਰ ਜੂਗੀ। ਕਿਉਂ? ਕਿਉਂਕਿ ਇਹਨੇ ਜ਼ਿਆਦਾ ਫੋਰਸ ਲਾਤੀ, ਇਹ ਹੋ ਗਈ ਅਨਬੈਲੈਂਸਡ ਫੋਰਸ, ਇੱਕ ਫੋਰਸ ਵੱਡੀ ਹੋ ਗਈ। ਤਾਂ ਕੋਈ ਵੀ ਚੀਜ਼ ਮੂਵ ਕਿਉਂ ਕਰੂਗੀ? ਜਦੋਂ ਤੇ ਅਨਬੈਲੈਂਸਡ ਫੋਰਸ ਲੱਗੂਗੀ, ਤਾਂ ਇਹ ਜ਼ਰੂਰੀ ਆ ਅਨਬੈਲੈਂਸਡ ਫੋਰਸ ਤੁਹਾਡੇ ਲਈ ਯਾਦ ਰੱਖਣਾ, ਠੀਕ ਆ। ਤਾਂ ਅਨਬੈਲੈਂਸਡ ਫੋਰਸ ਦਾ ਲੱਗਣਾ ਜ਼ਰੂਰੀ ਆ ਕਿਸੇ ਵੀ ਚੀਜ਼ ਨੂੰ ਮੂਵ ਕਰਾਉਣ ਵਾਸਤੇ। ਅੱਗੇ ਤਾਂ ਕੋਈ ਵੀ ਆਬਜੈਕਟ ਹੁੰਦਾ, ਪਹਿਲਾਂ ਸ਼ੁਰੂ ਤੋਂ ਸਟਾਰਟਿੰਗ 'ਚੋਂ ਕੀ ਮੰਨਿਆ ਗਿਆ ਸੀ ਵੀ ਜਿਹੜਾ ਕੋਈ ਵੀ ਆਬਜੈਕਟ ਆ ਉਹਦੀ ਨੈਚੁਰਲ ਸਟੇਟ ਕੀ ਆ। ਨੈਚੁਰਲ ਸਟੇਟ ਦਾ ਮਤਲਬ ਆ ਬਈ ਜਦੋਂ ਆ ਨਿਊਟਨ ਦੇ ਲਾਅ ਨਹੀਂ ਦਿੱਤੇ ਸੀ ਤਾਂ ਉਦੋਂ ਦਿੱਤਾ ਗਿਆ ਸੀ ਵੀ ਨੈਚੁਰਲ ਜਿਹੜੀ ਸਟੇਟ ਹੈ ਨਾ ਕਿਸੇ ਵੀ ਆਬਜੈਕਟ ਦੀ, ਜਿਵੇਂ ਆ ਬਾਲ ਆ, ਇਹਦੀ ਨੈਚੁਰਲ ਸਟੇਟ ਰੈਸਟ, ਵੀ ਕੋਈ ਵੀ ਚੀਜ਼ ਉਹ ਰੈਸਟ ਤੇ ਰਹੂਗੀ, ਨੈਚੁਰਲ ਸਟੇਟ ਉਹਦੀ ਇਹ ਸੀਗੀ। ਮੋਸ਼ਨ 'ਚ ਆਪਾਂ ਉਹਨੂੰ ਲੈ ਕੇ ਆਵਾਂਗੇ, ਠੀਕ ਆ। ਲੇਕਿਨ ਜਦੋਂ ਨਿਊਟਨ ਦੇ ਲਾਅ ਨੇ ਐਕਸਪੈਰੀਮੈਂਟ ਕੀਤੇ ਤਾਂ ਉਸ ਤੋਂ ਬਾਅਦ ਨਿਊਟਨ ਦੇ ਲਾਅ ਨੇ ਦੱਸਿਆ, ਨਿਊਟਨ ਨੇ ਐਕਸਪੈਰੀਮੈਂਟ ਕੀਤੇ ਤੇ ਨਿਊਟਨ ਨੇ ਆਪਦਾ ਲਾਅ ਬਣਾਇਆ ਫਸਟ, ਉਹਦੇ 'ਚ ਇਹ ਦੱਸਿਆ ਗਿਆ ਵੀ ਕਿ ਕੋਈ ਵੀ ਆਬਜੈਕਟ ਆ ਉਹਦੀ ਜਿਹੜੀ ਨੈਚੁਰਲ ਸਟੇਟ ਆ ਉਹ ਰੈਸਟ ਵੀ ਆ ਤੇ ਮੋਸ਼ਨ 'ਚ ਵੀ ਆ, ਦੋਨੇ ਚੀਜ਼ਾਂ ਹੀ ਉਹਦੀ ਨੈਚੁਰਲ ਸਟੇਟ ਆ। ਮਤਲਬ ਜਿਵੇਂ ਜੇ ਕੋਈ ਚੀਜ਼ ਮੂਵ ਕਰ ਰਹੀ ਆ ਯੂਨੀਫਾਰਮ ਸਪੀਡ ਨਾਲ, ਕੌਨਸਟੈਂਟ ਵੈਲੋਸਿਟੀ ਦੇ ਨਾਲ, ਇੱਕੋ ਸੇਮ ਵੈਲੋਸਿਟੀ ਦੇ ਨਾਲ, ਕੌਨਸਟੈਂਟ ਵੈਲੋਸਿਟੀ ਨਾਲ ਮੋਸ਼ਨ ਕਰ ਰਹੀ ਆ, ਤਾਂ ਉਹ ਕੀ ਆ, ਕੌਨਸਟੈਂਟ ਵੈਲੋਸਿਟੀ ਦੇ ਨਾਲ ਹੀ ਮੂਵ ਕਰੀ ਜਾਊਗੀ ਜਿੰਨਾ ਚਿਰ ਆਪਾਂ ਉਹਦੇ ਤੇ ਫੋਰਸ ਨਹੀਂ ਲਾਉਂਦੇ, ਤਾਂ ਠੀਕ ਆ। ਤਾਂ ਉਹ ਨੈਚੁਰਲ ਚੀਜ਼ ਹੋ ਗਈ ਵੀ ਜੇ ਮੋਸ਼ਨ 'ਚ ਆ ਤਾਂ ਮੋਸ਼ਨ 'ਚ ਹੀ ਰਹੂਗੀ, ਕੌਨਸਟੈਂਟ ਮੋਸ਼ਨ 'ਚ। ਜਿਵੇਂ ਸਪੋਜ਼ ਕਰੋ ਆਪਣੇ ਕੋਲੇ ਕੋਈ ਬਾਲ ਸੀਗੀ, ਜਿਵੇਂ ਆਹ ਐਗਜ਼ਾਮਪਲ ਲਈ ਆ, ਧਰਤੀ ਤੇ ਬਾਲ ਪਈ ਆ, ਆਰਾਮ ਨਾਲ ਪਈ ਆ, ਤਾਂ ਇਹਦੀ ਨੈਚੁਰਲ ਸਟੇਟ ਕੀ ਆ, ਰੈਸਟ ਆ, ਹੈ ਨਾ, ਰੈਸਟ ਆ। ਤਾਂ ਮੈਂ ਕੀ ਕੀਤਾ, ਇਹਦੇ ਤੇ ਕਿੱਕ ਮਾਰੀ, ਕਿੱਕ ਮਾਰੀ, ਕਿੱਕ ਮਾਰੀ, ਤਾਂ ਇਹ ਕੀ ਆ ਜੂਗੀ, ਕੀ ਦਿੱਤੀ ਮੈਂ ਇਹਨੂੰ, ਅਨਬੈਲੈਂਸਡ ਫੋਰਸ, ਅਨਬੈਲੈਂਸਡ ਫੋਰਸ, ਅਨਬੈਲੈਂਸਡ ਫੋਰਸ ਦਿੱਤੀ, ਤਾਂ ਇਹ ਕੀ ਆ, ਮੂਵ ਕਰਨੀ ਸ਼ੁਰੂ ਕਰ ਜੂਗੀ, ਠੀਕ ਆ। ਲੇਕਿਨ ਤਾਂ ਮੂਵ ਕਰ ਲੱਗ ਜੂਗੀ, ਅਨਬੈਲੈਂਸ ਫੋਰਸ ਦਿੱਤੀ, ਅਨਬੈਲੈਂਸਡ ਫੋਰਸ ਦਿੱਤੀ ਤਾਂ ਮੂਵ ਕਰ ਲੱਗ ਜੂਗੀ। ਤਾਂ ਜੇ ਕੌਨਸਟੈਂਟ ਵੈਲੋਸਿਟੀ ਨਾਲ ਮੂਵ ਕਰੀ ਗਈ, ਕੌਨਸਟੈਂਟ ਵੈਲੋਸਿਟੀ ਨਾਲ, ਤਾਂ ਇਹ ਮੂਵ ਵੀ ਕਰੀ ਜਾਊਗੀ, ਕੌਨਸਟੈਂਟ ਵੈਲੋਸਿਟੀ ਨਾਲ ਮੂਵ ਵੀ ਕਰੀ ਜਾਊਗੀ। ਜਦੋਂ ਤੱਕ ਇਹਨੂੰ ਰੋਕਣਾ ਹੋਵੇ ਤਾਂ ਰੋਕਣ ਵਾਸਤੇ ਕੀ ਆ, ਗਾਂਹ ਕੋਈ ਫੋਰਸ ਲੱਗੂਗੀ, ਫਿਰ ਇਹਨੂੰ ਰੋਕ ਦੂਗੀ, ਠੀਕ ਆ। ਤਾਂ ਉਹ ਇਹ ਆਪਣੇ ਆਪ ਕਿਉਂ ਰੁਕ ਜੂਗੀ ਕਾਫੀ ਦੂਰ ਜਾ ਕੇ, ਕਿਉਂਕਿ ਜਿਹੜੀ ਫੋਰਸ ਆਫ ਫ੍ਰਿਕਸ਼ਨ ਆ, ਠੀਕ ਆ, ਜਿਹੜੀ ਇਹਦੇ ਸਰਫੇਸ ਧਰਤੀ ਤੋਂ ਲੱਗੂਗੀ ਉਹ ਕੀ ਆ, ਇਹਦੇ ਬਰਾਬਰ ਹੋ ਜੂਗੀ, ਠੀਕ ਆ, ਜਿੰਨੀ ਇਹ ਫੋਰਸ ਨਾਲ, ਕਿਉਂਕਿ ਇਹ ਫੋਰਸ ਹੌਲੀ ਹੌਲੀ ਜਾ ਕੇ ਫੋਰਸ ਆਫ ਫ੍ਰਿਕਸ਼ਨ ਸਟਰੋਂਗ ਹੋ ਗਈ,
ਸਟਰੋਂਗ ਹੋ ਗਈ ਤਾਂ ਇਹ ਹੌਲੀ ਹੌਲੀ ਕੀ ਆ ਰੁਕ ਜੂਗੀ, ਤਾਂ ਉਹ ਫੋਰਸ ਆਫ ਫ੍ਰਿਕਸ਼ਨ ਅਨਬੈਲੈਂਸਡ ਫੋਰਸ ਹੋ ਜੂਗੀ ਜਾਂ ਬੈਲੈਂਸ ਕਹਿ ਲਓ। ਤਾਂ ਇਹ ਚੀਜ਼ ਸੀਗਾ, ਠੀਕ ਆ। ਤਾਂ ਹੁਣ ਜੇ ਤਾਂ ਪਹਿਲਾਂ ਜਿਵੇਂ ਤੁਹਾਨੂੰ ਦੱਸ ਦਿੱਤਾ ਵੀ ਕੋਈ ਵੀ ਆਬਜੈਕਟ ਜੇ ਰੈਸਟ ਤੇ ਆ, ਜਿਵੇਂ ਬਾਲ ਰੈਸਟ ਤੇ ਪਈ ਆ ਤਾਂ ਉਹ ਕਹੂਗੀ ਮੈਂ ਰੈਸਟ ਤੇ ਹੀ ਰਹਿਣਾ, ਤੇ ਜਾਂ ਫਿਰ ਕੋਈ ਚੀਜ਼ ਮੋਸ਼ਨ 'ਚ ਆ, ਜਿਵੇਂ ਆ ਬਾਲ ਮੋਸ਼ਨ 'ਚ ਆ ਗਈ ਤਾਂ ਉਹ ਕਹੂਗੀ ਮੈਂ ਯੂਨੀਫਾਰਮ ਮੋਸ਼ਨ 'ਚ ਹੀ ਰਹਿਣਾ, ਇੱਕੋ ਮੋਸ਼ਨ 'ਚ ਹੀ ਰਹਿਣਾ ਸਟੇਟ ਲਾਈਨ ਦੇ ਵਿੱਚ। ਕਦੋਂ ਤੱਕ ਇਹ ਆਏ ਰਹਿਣਗੇ, ਕੋਈ ਚੀਜ਼ ਰੈਸਟ ਤੇ ਪਈ ਰਹੂ ਰੈਸਟ ਤੇ ਹੀ ਰਹੂਗੀ, ਕੋਈ ਚੀਜ਼ ਯੂਨੀਫਾਰਮ ਮੋਸ਼ਨ 'ਚ ਆ ਯੂਨੀਫਾਰਮ ਮੋਸ਼ਨ 'ਚ ਹੀ ਰਹੂਗੀ, ਜਦੋਂ ਤੱਕ ਆਪਾਂ ਉਹਦੇ ਤੇ ਕੋਈ ਅਨਬੈਲੈਂਸਡ ਫੋਰਸ ਅਪਲਾਈ ਨਹੀਂ ਕਰਦੇ। ਅਨਬੈਲੈਂਸਡ ਐਕਸਟਰਨਲ ਫੋਰਸ, ਬਾਹਰੋਂ ਕੋਈ ਉਹਨਾਂ ਚਿਰ ਉਹ ਕੀ ਆ, ਜਿਹੜੀ ਚੀਜ਼ ਰੈਸਟ ਤੇ ਆ ਉਹ ਰੈਸਟ ਤੇ ਰਹੂ, ਜਿਹੜੀ ਚੀਜ਼ ਯੂਨੀਫਾਰਮ ਮੋਸ਼ਨ 'ਚ ਆ ਯੂਨੀਫਾਰਮ ਮੋਸ਼ਨ 'ਚ ਰਹੂਗੀ, ਠੀਕ ਆ। ਤਾਂ ਇਹ ਚੀਜ਼ਾਂ ਹੁੰਦੀਆਂ। ਤਾਂ ਕੁਆਲੀਟੇਟਿਵ ਡੈਫੀਨੇਸ਼ਨ ਫੋਰਸ ਦੀ, ਠੀਕ ਆ। ਫੋਰਸ ਦੀ ਇੱਕ ਹੋਰ ਡੈਫੀਨੇਸ਼ਨ, ਫੋਰਸ ਕੀ ਆ, ਜਿਵੇਂ ਆਪਾਂ ਫੋਰਸ ਪੜ੍ਹਿਆ ਪੁਸ਼ ਔਰ ਪੁੱਲ, ਤੇ ਇੱਕ ਫੋਰਸ ਦੀ ਹੋਰ ਡੈਫੀਨੇਸ਼ਨ ਆ ਜਾਂਦੀ ਆ ਵੀ ਫੋਰਸ ਇੱਕ ਇਹੋ ਜਿਹੀ ਕੁਆਂਟਿਟੀ ਆ ਜਿਹੜੀ ਕਿ ਮੋਸ਼ਨ ਪੈਦਾ ਕਰਦੀ ਹੈ ਕਿਸੇ ਆਬਜੈਕਟ ਦੇ ਵਿੱਚ। ਜੇ ਕਿਸੇ ਆਬਜੈਕਟ ਦੇ ਵਿੱਚ ਮੋਸ਼ਨ ਹੈਗਾ ਮਤਲਬ ਉਹਦੇ ਤੇ ਫੋਰਸ ਲੱਗ ਰਹੀ ਹੈ, ਠੀਕ ਆ। ਤਾਂ ਫੋਰਸ ਦੇ ਕਾਰਨ ਹੀ ਕਿਸੇ ਆਬਜੈਕਟ ਦੇ ਵਿੱਚ ਮੋਸ਼ਨ ਆਊਗਾ। ਤਾਂ ਅੱਗੇ ਹੈਗਾ ਨਿਊਟਨ ਦਾ ਫਸਟ ਲਾ, ਇਹਨੂੰ ਆਪਾਂ ਕਰ ਹੀ ਲਿਆ, ਇਹਨੂੰ ਲਾਅ ਆਫ ਇਨਰਸ਼ੀਆ ਵੀ ਬੋਲਿਆ ਜਾਂਦਾ। ਪਹਿਲੀ ਗੱਲ ਹੁਣ ਇਨਰਸ਼ੀਆ ਬੱਚੋ ਕੀ ਆ, ਤਾਂ ਇਨਰਸ਼ੀਆ ਦੀ ਡੈਫੀਨੇਸ਼ਨ ਆ ਜਾਂਦੀ ਆ, ਇਨਰਸ਼ੀਆ ਹੁੰਦਾ ਕਿਸੇ ਵੀ ਆਬਜੈਕਟ ਦੀ ਟੈਂਡੈਂਸੀ ਟੂ ਰਜਿਸਟ ਚੇਂਜ ਇਨ ਇਟਸ ਸਟੇਟ ਆਫ ਮੋਸ਼ਨ। ਲੇਜ਼ੀਨੈਸ, ਇਨਰਸ਼ੀਆ ਨੂੰ ਬੋਲਿਆ ਜਾਂਦਾ ਲੇਜ਼ੀਨੈਸ। ਜਿਵੇਂ ਮਤਲਬ ਆਪ ਕੋਈ ਕੁਰਸੀ ਪਈ ਆ ਤਾਂ ਕਹੂਗੀ ਮੈਂ ਬਈ ਰੈਸਟ ਤਾਂ ਰੈਸਟ 'ਤੇ ਰਹਿਣਾ, ਮੈਂ ਆਪਦੀ ਜਿਹੜੀ ਸਟੇਟ ਆਫ ਚੇਂਜ ਨਹੀਂ ਕਰਨੀ ਗੀ। ਜੇ ਕੋਈ ਚੀਜ਼ ਯੂਨੀਫਾਰਮ ਸਪੀਡ ਨਾਲ ਮੂਵ ਕਰ ਰਹੀ ਹੈ ਤਾਂ ਉਹ ਕਹੂਗੀ ਮੈਂ ਮੋਸ਼ਨ 'ਚ ਹੀ ਰਹਿਣਾ, ਠੀਕ ਆ। ਤਾਂ ਉਹਦੀ ਕੀ ਆ, ਉਹ ਟੈਂਡੈਂਸੀ ਆ, ਉਹਨੂੰ ਬੋਲਿਆ ਜਾਂਦਾ ਇਨਰਸ਼ੀਆ। ਇਹ ਹਰੇਕ ਆਬਜੈਕਟ ਦੀ ਹੁੰਦੀ ਆ। ਜਿਵੇਂ ਆਪਣੇ ਆਲੇ ਦੁਆਲੇ ਕੋਈ ਮੇਜ਼ ਪਿਆ ਤਾਂ ਉਹ ਰੈਸਟ 'ਤੇ ਆ, ਤਾਂ ਉਹ ਕਹੂਗਾ ਮੈਂ ਤਾਂ ਵੀ ਰੈਸਟ 'ਤੇ ਹੀ ਰਹਿਣਾ। ਜੇ ਕੋਈ ਚੀਜ਼ ਗੱਡੀ ਮੂਵ ਕਰੀ ਜਾਂਦੀ ਆ ਕੌਨਸਟੈਂਟ ਸਪੀਡ ਨਾਲ, ਉਹ ਕਹੂਗਾ ਮੈਂ ਕੌਨਸਟੈਂਟ ਸਪੀਡ ਨਾਲ ਹੀ ਰਹਿਣਾ। ਲੇਕਿਨ ਆਪਾਂ ਫਿਰ ਇਹਨਾਂ ਨੂੰ ਚੇਂਜ ਕਿਵੇਂ ਕਰ ਸਕਦੇ ਹਾਂ, ਉਸ ਲੇਜ਼ੀਨੈਸ ਨੂੰ ਦੂਰ ਕਿਵੇਂ ਕਰ ਸਕਦੇ ਹਾਂ, ਫੋਰਸ ਅਪਲਾਈ ਕਰਕੇ। ਤਾਂ ਕਰਕੇ ਉਹੀ ਸੇਮ ਚੀਜ਼ ਆ ਗਈ ਲਾਅ ਆਫ ਨਿਊਟਨ ਦਾ ਫਸਟ ਲਾ, ਲਾਅ ਆਫ ਇਨਰਸ਼ੀਆ, ਤਾਂ ਕਰਕੇ ਬੋਲਿਆ ਜਾਂਦਾ। ਤਾਂ ਇਨਰਸ਼ੀਆ ਕੀ ਆ, ਐਨ ਆਬਜੈਕਟ ਹੈਜ਼ ਦਾ ਟੈਂਡੈਂਸੀ, ਆਬਜੈਕਟ ਦੀ ਇੱਕ ਟੈਂਡੈਂਸੀ ਹੁੰਦੀ ਹੈ ਟੂ ਰਜਿਸਟ ਚੇਂਜ ਇਨ ਇਟਸ ਸਟੇਟ ਆਫ ਮੋਸ਼ਨ। ਉਹ ਰਜਿਸਟ ਕਰਦਾ, ਵਿਰੋਧ ਕਰਦਾ, ਆਪਦਾ ਜਿਹੜਾ ਸਟੇਟ ਆਫ ਮੋਸ਼ਨ ਹੁੰਦਾ ਉਹਦੇ ਵਿੱਚ ਚੇਂਜ ਨੂੰ ਰਜਿਸਟ ਕਰਦਾ। ਉਹ ਕਹਿੰਦਾ ਮੈਂ ਬਈ ਨਹੀਂ ਚੇਂਜ ਕਰਨਾ, ਜੇ ਮੈਂ ਰੈਸਟ 'ਤੇ ਆ, ਸਟੇਟ ਆਫ ਰੈਸਟ 'ਚ ਆ ਤਾਂ ਰੈਸਟ 'ਤੇ ਹੀ ਰਹੂੰਗਾ, ਜੇ ਮੋਸ਼ਨ ਜ਼ਿਆਦਾ ਮੋਸ਼ਨ, ਉਹ ਜਿਹੜੀ ਟੈਂਡੈਂਸੀ ਆ ਰਜਿਸਟ ਕਰਨੀ ਉਹਨੂੰ ਬੋਲਿਆ ਜਾਂਦਾ ਇਨਰਸ਼ੀਆ। ਇਨਰਸ਼ੀਆ ਬੱਚੋ ਡਿਪੈਂਡ ਕਿਤੇ ਕਰਦੀ ਆ, ਇਨਰਸ਼ੀਆ ਡਿਪੈਂਡ ਕਰਦੀ ਆ ਕਿਸੇ ਵੀ ਆਬਜੈਕਟ ਦੇ, ਡਿਪੈਂਡ ਅਪੋਨ ਮਾਸ ਆਫ ਆਬਜੈਕਟ। ਆਪਾਂ 9th ਦੇ ਵਿੱਚ ਵੀ ਪੜ੍ਹਿਆ ਹੀ ਹੋਊਗਾ ਇਹ ਨਾ ਆਪਣਾ ਇਨਰਸ਼ੀਆ ਬਾਰੇ। ਤਾਂ ਜਿਵੇਂ ਗੱਡੀ ਆ, ਕੋਈ ਕਾਰ ਖੜੀ ਆ ਆਪਣੇ ਰੋਡ 'ਤੇ, ਤਾਂ ਆਪਾਂ ਕੀ ਆ ਉਹਨੂੰ ਮੂਵ ਕਰਾਉਣ ਦੀ ਧੱਕਾ ਲਾਉਣ ਲੱਗਦੇ, ਛੇਤੀ ਉਹ ਨਹੀਂ ਹਿਲਦੀ, ਕਿਉਂ? ਕਿਉਂਕਿ ਉਹਦੀ ਉਹ ਇਨਰਸ਼ੀਆ, ਉਹ ਲੇਜ਼ੀਨੈਸ, ਉਹ ਕਹੂਗੀ ਮੈਂ ਆਪਦੀ ਜਿਹੜੀ ਉਹਦੀ ਸਟੇਟ ਆਫ ਰੈਸਟ ਆ ਉਹ ਨਹੀਂ ਚੇਂਜ ਕਰਨੀ, ਇਨਰਸ਼ੀਆ ਉਹਦੇ ਕੋਲੇ। ਤਾਂ ਮਾਸ 'ਤੇ ਕਿਵੇਂ ਡਿਪੈਂਡ ਕਰੂਗੀ, ਦੇਖੋ ਜਿੰਨਾ ਜ਼ਿਆਦਾ ਮਾਸ ਉਨੀ ਹੀ ਜ਼ਿਆਦਾ ਇਨਰਸ਼ੀਆ। ਜਿਵੇਂ ਕੋਈ ਕਾਰ ਆ ਤੇ ਟਰੱਕ ਆ, ਕਾਰ ਆ ਟਰੱਕ ਆ, ਹੁਣ ਛੇਤੀ ਕਿਹੜੀ ਮੂਵ ਕਰ ਜੂਗੀ? ਜੇ ਤੁਸੀਂ ਉਹਨੂੰ ਫੋਰਸ ਲਾਉਣ ਲੱਗ ਗਏ ਤਾਂ ਫੋਰਸ ਲਾਉਣ ਲੱਗ ਗਏ ਤਾਂ ਕਾਰ ਛੇਤੀ ਮੂਵ ਕਰ ਜੂਗੀ ਟਰੱਕ ਦੇ ਮੁਕਾਬਲੇ। ਤਾਂ ਟਰੱਕ ਨਹੀਂ ਕਰਨਾ, ਕਿਉਂਕਿ ਟਰੱਕ ਦੀ ਕੀ ਲੇਜ਼ੀਨੈਸ ਜ਼ਿਆਦਾ, ਟਰੱਕ ਦੀ ਇਨਰਸ਼ੀਆ ਜ਼ਿਆਦਾ। ਤਾਂ ਜਿੰਨੀ ਜ਼ਿਆਦਾ ਮਾਸ ਉਨੀ ਹੀ ਜ਼ਿਆਦਾ ਇਨਰਸ਼ੀਆ, ਠੀਕ ਆ। ਹੁਣ ਮੈਂ ਗੱਲ ਕਰ ਰਿਹਾ ਸੀ ਇੱਕ ਨਿਊਟਨ ਦਾ ਫਸਟ ਲਾ ਮੋਸ਼ਨ 'ਚ, ਬਈ ਕੋਈ ਚੀਜ਼, ਚਲੋ ਮੈਂ ਜੇ ਤੁਹਾਨੂੰ ਕੋਈ ਐਗਜ਼ਾਮਪਲ ਦੇਵਾਂ ਵੀ ਕੋਈ ਚੀਜ਼ ਕੌਨਸਟੈਂਟ ਸਪੀਡ ਨਾਲ ਜਾ ਰਹੀ ਆ, ਆਹ ਕੌਨਸਟੈਂਟ ਸਪੀਡ ਨਾਲ ਜਾ ਰਹੀ ਆ, ਠੀਕ ਆ, ਕੌਨਸਟੈਂਟ ਸਪੀਡ ਨਾਲ, ਤਾਂ ਇਹ 'ਤੇ ਜਿਹੜੀ ਫੋਰਸ ਲੱਗ ਰਹੀ ਆ, ਐਕਸਟਰਨਲ ਫੋਰਸਿਸ ਲੱਗ ਰਹੀਆਂ, ਉਹ ਬੈਲੈਂਸਡ ਲੱਗ ਰਹੀਆਂ। ਬੈਲੈਂਸਡ ਮਤਲਬ ਕੋਈ ਇਹ 'ਤੇ ਅਨਬੈਲੈਂਸ ਫੋਰਸ ਨਹੀਂ ਲੱਗ ਰਹੀ, ਇਹ ਕੌਨਸਟੈਂਟ ਸਪੀਡ ਨਾਲ ਮੂਵ ਕਰੀ ਆ। ਤਾਂ ਇਹ ਮੂਵ ਕਰੀ ਜਾਊਗੀ ਬਿਨਾਂ ਫੋਰਸ ਲਾਏ। ਕੋਈ ਵੀ ਚੀਜ਼ ਬਿਨਾਂ ਫੋਰਸ ਲਾਏ, ਕੋਈ ਵੀ ਆਬਜੈਕਟ ਮੂਵ ਕਰ ਸਕਦਾ ਕਿ ਨਹੀਂ ਕਰ ਸਕਦਾ? ਤੇ ਇਹਦਾ ਆਨਸਰ ਆ ਬੱਚੇ ਹਾਂ, ਬਿਨਾਂ ਕਿਸੇ ਅਨਬੈਲੈਂਸਡ ਫੋਰਸ ਲਾਏ ਵੀ ਕੋਈ ਆਬਜੈਕਟ ਕੌਨਸਟੈਂਟ ਵੈਲੋਸਿਟੀ ਨਾਲ ਮੂਵ ਕਰ ਸਕਦਾ। ਕੌਨਸਟੈਂਟ ਵੈਲੋਸਿਟੀ ਨਾਲ ਵੀ ਹਰੇਕ ਸੈਕਿੰਡ, ਜਿਵੇਂ ਉਹ 5 ਦੀ ਵੈਲੋਸਿਟੀ ਨਾਲ ਚੱਲੇ, 5 ਮੀਟਰ ਪਰ ਸੈਕਿੰਡ, 5 ਮੀਟਰ, ਉਹਦੀ ਵੈਲੋਸਿਟੀ ਚੇਂਜ ਨਾ ਹੋਵੇ। ਜੇ ਉਹ ਕੌਨਸਟੈਂਟ ਵੈਲੋਸਿਟੀ ਨਾਲ ਜਾ ਰਿਹਾ ਤਾਂ ਇਹਦਾ ਮਤਲਬ ਉਹ ਬਿਨਾਂ ਅਨਬੈਲੈਂਸਡ ਫੋਰਸ ਲਾਏ ਮੂਵ ਕਰ ਸਕਦਾ। ਉੱਤੇ ਕੋਈ ਫੋਰਸ ਨਹੀਂ ਲੱਗ ਰਹੀ ਐਕਸਟਰਨਲ, ਕੋਈ ਅਨਬੈਲੈਂਸਡ ਐਕਸਟਰਨਲ ਫੋਰਸ ਨਹੀਂ ਲੱਗ ਰਹੀ। ਉਹ ਕਿਵੇਂ ਆ ਬੱਚਿਓ? ਇਹ ਪ੍ਰੂਵ ਕੀਤਾ ਸੀ, ਜਿਵੇਂ ਨਾਸਾ ਵਾਲੇ ਬੋਲਦੇ ਆ, ਜਿਵੇਂ ਆਪਣਾ ਨਾ ਕਰੂਜ਼ ਹੁੰਦਾ, ਕਰੂਜ਼ ਮਤਲਬ ਆਪਣਾ ਜਹਾਜ਼,
ਜਦੋਂ ਕਰੂਜ਼ ਮੋਡ ਤੇ ਆ ਜਾਂਦਾ। ਕਰੂਜ਼ ਮੋਡ ਮਤਲਬ ਜਦੋਂ ਉਹ ਆਪਣਾ ਉੱਪਰ ਪਹੁੰਚ ਜਾਂਦਾ, ਅਸਮਾਨ ਦੇ ਵਿੱਚ ਉੱਡ ਰਿਹਾ ਹੁੰਦਾ, ਆਪ ਸੈਟਲ ਹੋ ਜਾਂਦਾ ਉੱਪਰ। ਕਰੂਜ਼ ਮੋਡ ਦਾ ਮਤਲਬ ਇੱਕੋ ਸਪੀਡ ਤੇ ਚੱਲ ਰਿਹਾ ਹੁੰਦਾ ਉਹ ਉੱਪਰ ਜਹਾਜ਼। ਤਾਂ ਕੀ ਹੁੰਦਾ, ਉਹ ਜਿਹੜੀ ਫੋਰਸ ਲਾਉਂਦਾ ਨਾ ਆਪਦੇ ਅੱਗੇ ਜਹਾਜ਼, ਆਪਦੇ ਅੱਗੇ ਹਵਾ ਨੂੰ ਪਾਸੇ ਕਰਨ ਵਾਸਤੇ, ਕਿਉਂਕਿ ਉਹਨੂੰ ਉੱਡਣਾ, ਤਾਂ ਉਹ ਓਨੀ ਹੀ ਫੋਰਸ ਲਾਉਂਦਾ ਜਿੰਨੀ ਕਿ ਉਹਨੂੰ ਹਵਾ ਨੂੰ ਪਾਸੇ ਕਰਨ ਵਾਸਤੇ ਲਾਉਣੀ ਹੈ। ਕਿਉਂਕਿ ਹਵਾ ਪਾਸੇ ਹੋਊਗੀ ਫੇਰ ਹੀ ਉਹਨੂੰ ਉੱਡਣ ਵਾਸਤੇ ਸਪੇਸ ਮਿਲੂਗੀ। ਤਾਂ ਉਹ ਓਨੀ ਹੀ ਫੋਰਸ ਅਪਲਾਈ ਕਰਦਾ ਜਿੰਨੀ ਫੋਰਸ ਦੇ ਨਾਲ ਉਹ ਹਵਾ ਆਪਣੀ ਜਿਹੜੀ ਹਵਾ ਉਹ ਪਾਸੇ ਹੋ ਜੇ। ਤਾਂ ਉਹ ਹਵਾ ਦੀ ਫੋਰਸ ਤੇ ਜਿਹੜੀ ਇਹ ਫੋਰਸ ਲਾਉਂਦਾ ਉਹਨੂੰ ਪਾਸੇ ਕਰਨ ਵਾਸਤੇ, ਉਹ ਬੈਲੈਂਸ ਹੋ ਜਾਂਦੀ ਆ। ਬੈਲੈਂਸ ਮਤਲਬ ਬਰਾਬਰ ਹੋ ਜਾਂਦੀ ਆ, ਜਿੰਨੀ ਹਵਾ ਫੋਰਸ ਲਾ ਰਹੀ ਆ ਉਨੀ ਹੀ ਇਹ ਲਾ ਰਿਹਾ, ਐਕਸਟਰਾ ਫੋਰਸ ਨਹੀਂ ਲਾ ਰਿਹਾ। ਤਾਂ ਕਰਕੇ ਫਿਰ ਉਹ ਜਿਹੜੀ ਉਹਦੀ ਵੈਲੋਸਿਟੀ ਆ ਉਹ ਕਾਂਸਟੈਂਟ ਵੈਲੋਸਿਟੀ ਨਾਲ ਮੂਵ ਕਰੀ ਜਾਂਦਾ ਉਹ, ਠੀਕ ਆ। ਤਾਂ ਇਹ ਪ੍ਰੂਵ ਹੋਇਆ ਵੀ ਕੋਈ ਵੀ ਚੀਜ਼ ਜੇ ਕਾਂਸਟੈਂਟ ਵੈਲੋਸਿਟੀ ਨਾਲ ਮੂਵ ਕਰਦੀ ਆ ਤਾਂ ਉਹ ਕਾਂਸਟੈਂਟ ਵੈਲੋਸਿਟੀ ਨਾਲ ਹੀ ਮੂਵ ਕਰਦੀ ਰਹੂਗੀ ਜਿੰਨਾ ਚਿਰ ਆਪਾਂ ਉੱਤੇ ਫੋਰਸ ਨਹੀਂ ਲਾਉਂਦੇ। ਹੁਣ ਜੇ ਉਹਦੀ ਆਪਾਂ ਸਪੀਡ ਵਧਾਉਣੀ ਆ ਜਹਾਜ਼ ਦੀ, ਤਾਂ ਜਿਹੜੀ ਉਹ ਫੋਰਸ ਲਾ ਰਿਹਾ ਉਹਨੂੰ ਵਧਾਉਣੀ ਪਊਗੀ ਥੋੜ੍ਹੀ ਜਿਹੀ, ਕਿਉਂਕਿ ਕੁਛ ਕੁ ਫੋਰਸ ਤਾਂ ਉਹਨੇ ਬੈਲੈਂਸ ਕਰ ਦੇਣੀ ਆ ਉਹ ਹਵਾ ਨੂੰ ਪਾਸੇ ਕਰਨ ਵਾਸਤੇ, ਤੇ ਕੁਛ ਕੁ ਫੋਰਸ ਫਿਰ ਉਹਨੂੰ ਸਪੀਡ ਵਧਾਉਣ ਵਾਸਤੇ। ਫਿਰ ਉਹਦੀ ਕੀ ਪੈਦਾ ਹੋ ਜੂਗੀ, ਐਕਸਲਰੇਸ਼ਨ। ਤਾਂ ਫਿਰ ਉਹ 'ਚ ਅਨਬੈਲੈਂਸਡ ਫੋਰਸ ਲੱਗੂਗੀ। ਤਾਂ ਜਦੋਂ ਵੀ ਅਨਬੈਲੈਂਸਡ ਫੋਰਸ ਲੱਗੂਗੀ ਮਤਲਬ ਐਕਸਲਰੇਸ਼ਨ ਲੱਗ ਰਹੀ ਆ ਉਹਦੇ 'ਤੇ, ਠੀਕ ਆ। ਤਾਂ ਇਹ ਪ੍ਰੂਵ ਹੋ ਚੁੱਕਿਆ। ਤਾਂ ਨਿਊਟਨ ਇਨਰਸ਼ੀਆ ਪੜ੍ਹ ਲਿਆ, ਨਿਊਟਨ ਦਾ ਫਸਟ ਲਾ ਪੜ੍ਹ ਲਿਆ। ਇਨਰਸ਼ੀਆ ਮਾਸ 'ਤੇ ਡਿਪੈਂਡ ਕਰਦੀ ਹੈ, ਠੀਕ ਆ। ਤਾਂ ਚਲੋ ਅੱਜ ਲਈ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਫਿਰ ਨਿਊਟਨ ਦਾ ਸੈਕੰਡ ਲਾਅ ਅਤੇ ਨਿਊਟਨ ਦਾ ਥਰਡ ਲਾਅ ਕਰ ਲਾਂਗੇ, ਕਿਉਂਕਿ ਵੀਡੀਓ ਕਾਫੀ ਲੰਬੀ ਹੋ ਰਹੀ ਆ, ਠੀਕ ਆ। ਮੋਮੈਂਟਮ ਬਾਰੇ ਤੁਸੀਂ ਪੜ੍ਹ ਕੇ ਰੱਖਿਓ। ਜੇ ਨਹੀਂ ਸਮਝ ਆਇਆ ਨਿਊਟਨ ਦਾ ਫਸਟ ਲਾਅ ਬਾਰੇ ਤਾਂ ਮੈਨੂੰ ਪੁੱਛ ਲਿਓ। ਮੋਮੈਂਟਮ ਬਾਰੇ ਥੋੜ੍ਹਾ ਜਿਹਾ ਆਈਡੀਆ ਲੈ ਕੇ ਰੱਖਿਓ ਵੀ ਕੀ ਹੁੰਦਾ, ਠੀਕ ਆ।